शुरुआत करते हैं सनी अहलूवालिया जी ਤੁਹਾਡੇ ਤੋਂ ਸਿੱਧਾ ਜਿਹਾ ਸਵਾਲ ਬ੍ਰੇਕ ਕਿੱਥੇ ਲੱਗੀ ਹੋਈ ਸੀ ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜੀਆਂ ਬੱਸਾਂ ਅੱਜ ਚੱਲੀਆਂ ਨੇ ਹੁਣ ਤੱਕ ਕਿਉਂ ਨਹੀਂ ਚੱਲੀਆਂ ਸੀ ਸਰਕਾਰ ਦੇ ਨਜ਼ਰੀਏ ਤੋਂ ਇਹ ਬ੍ਰੇਕ ਕਿੱਥੇ ਲੱਗੀ ਹੋਈ ਸੀ ਬ੍ਰੇਕ ਤਾਂ ਬੜੀ ਕਲੀਅਰ ਹੈਗੀ ਆ ਕਿ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਸੀਗੀਆਂ ਕਿ ਸਰਕਾਰੀ ਬੱਸਾਂ ਦਿੱਲੀ ਜਾਣ एयरपोर्ट तक पहुंचन लग्जरी बसां चलाणगे ते नुकसान किहनूं होना सी जिन्हां नूं नुकसान होना सी उन्हां करके ब्रेक लगी हुई सी ਉਹ नुकसान उन्हां नूं होना सीगा इस करके कांग्रेस गल्लां करदी है इन्नी वड्डियां ਅਸੀਂ ਮੰਨਦੇ ਵੀ ਅਕਾਲੀ ਦਲ ਨੇ ਇਸ ਲਈ ਨਹੀਂ ਚਲਾਈਆਂ ਵੀ ਉਹਨਾਂ ਦਾ ਇੰਡੋ ਕੈਨੇਡੀਅਨ ਸਿਸਟਮ ਸਾਰਾ ਫੇਲ ਹੋ ਜਾਣਾ ਸੀਗਾ ਪਰ ਕਾਂਗਰਸ ਨੇ ਕਿਉਂ ਨਹੀਂ ਬੱਸਾਂ ਚਲਾਈਆਂ ਇਹਦਾ ਮੈਸੇਜ ਬੜਾ ਕਲੀਅਰ ਹੈ ਕਿ ਜਿਹੜੀ ਇਹਨਾਂ ਦੀ ਆਪਸ 'ਚ ਉਹ ਕਹਿੰਦੇ ਨੇ 60-40 ਬਾਰ-ਬਾਰ ਸਾਰੇ ਇਹਨਾਂ ਦੇ ਐਮਐਲਏ ਮੰਤਰੀ ਸਿੱਧੂ ਸਾਹਿਬ ਵੀ ਬੋਲਦੇ ਰਹੇ ਬੜੇ ਕਲੀਅਰਲੀ ਉਹ ਗੱਲ ਬਿਲਕੁਲ ਕਲੀਅਰ ਹੋ ਗਈ ਸੀਗੀ ਰਾਜਾ ਵੜਿੰਗ ਜੀ ਇਹ ਕਹਿੰਦੇ ਨੇ ਮੈਂ ਬੱਸਾਂ ਚਲਾਉਣਾ ਚਾਹੁੰਦਾ ਅਗਰ ਇਹ ਰਾਜਨੀਤੀ ਨਾ ਕਰਦੇ ਅੱਜ ਮਠਾਈ ਦਾ ਡੱਬਾ ਲੈ ਕੇ ਜਾਂਦੇ ਜਲੰਧਰ ਔਰ ਜਾ ਕੇ ਕਹਿੰਦੇ ਥੈਂਕ ਯੂ ਜੀ ਤੁਸੀਂ ਪੰਜਾਬ ਲਈ ਬੱਸਾਂ ਚਲਾਤੀਆਂ ਗੱਲਾਂ ਕਰਦੇ ਇੰਨੀਆਂ ਵੱਡੀਆਂ ਕਰਨਾ ਕੋਈ ਨਹੀਂ ਇਹ ਸਾਰਾ ਸਿਸਟਮ ਜਿਹੜਾ ਕੋਲੈਪਸ ਇਸ ਲਈ ਹੋਇਆ ਹੈ ਕਿ ਕੋਈ ਪ੍ਰਾਈਵੇਟ ਪਲੇਅਰਸ ਨੂੰ ਬੈਨੀਫਿਟ ਦੇਣਾ ਚਾਹੁੰਦੇ ਸੀ ਹੁਣ ਤੁਸੀਂ ਅੱਜ ਪੰਜਾਬ ਦੇ ਕਿਸੇ ਮਰਜ਼ੀ ਇਲਾਕੇ ਚਲੇ ਜਾਓ ਦੇਖੋ ਕਿਵੇਂ ਪਨ ਬੱਸ ਕਿਵੇਂ ਪੰਜਾਬ ਰੋਡਵੇਜ਼ ਭੱਜੀਆਂ ਫਿਰਦੀਆਂ ਇਹਨਾਂ ਦੇ ਟਾਈਮ ਤੇ ਪ੍ਰਾਈਵੇਟ ਬੱਸਾਂ ਹੀ ਦਿਖਦੇ ਨੇ ਜਿਹੜੇ ਮਰਜ਼ੀ ਜਗ੍ਹਾ ਤੇ ਚਲੇ ਜਾਓ ਪ੍ਰਾਈਵੇਟ ਇਹਨਾਂ ਮੈਸੇਜ ਕਲੀਅਰ ਸੀਗਾ ਕਿ ਮਾਫੀਆ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਆਂਦੇ ਮਾਫੀਆ ਖਤਮ ਕਰਨਾ ਸ਼ੁਰੂ ਕਰਤਾ ਮੈਂ ਸੁਣਦਾ ਪਿਆ ਸੀਗਾ ਤੁਹਾਡੇ ਹੁਣੇ ਚੈਨਲ ਤੇ ਕਿ ਬੀਜੇਪੀ ਵਾਲੇ ਕਹਿ ਰਹੇ ਇਹਦੇ ਨਾਲ ਮਾਫੀਆ ਕਿਵੇਂ ਖਤਮ ਹੁੰਦਾ ਹੈ ਮਾਫੀਆ ਖਤਮ ਕਰਨ ਦੇ ਤਰੀਕੇ ਐ ਨਹੀਂ ਹੈ ਮਤਲਬ ਤੁਸੀਂ ਸਰ ਇਹ ਕਹਿ ਰਹੇ ਹੋ ਅਹਲੂਵਾਲੀਆ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਆਪਣੇ ਆਪ ਖਤਮ ਹੋ ਜਾਏਗਾ ਤੁਸੀਂ ਕਹਿ ਰਹੇ ਹੋ ਕਿ ਮਾਫੀਆ ਨੂੰ ਪ੍ਰੋਟੈਕਟ ਕਰ ਰਹੇ ਸੀ ਹੁਣ ਤੱਕ ਇਸ ਕਰਕੇ ਬੱਸਾਂ ਨਹੀਂ ਚੱਲੀਆਂ ਕਲੀਅਰ ਹੈ ਤੁਸੀਂ ਇਹ ਪੁਆਇੰਟ ਕਹਿ ਰਹੇ ਹੋ ਪਰ ਇਸ ਤੋਂ ਬਾਅਦ ਇਹ ਗੱਲ ਬਿਲਕੁਲ ਕਲੀਅਰ ਹੈ ਜੀ ਇਹ ਲੋਕ ਪ੍ਰੋਟੈਕਟ ਕਰ ਰਹੇ ਸੀ ਮਾਫੀਆ ਨੂੰ ਇਹ ਲੋਕ ਪ੍ਰਮੋਟ ਕਰ ਰਹੇ ਸੀਗੇ ਇਸ ਕਰਕੇ ਸਰਕਾਰੀ ਬੱਸਾਂ ਅੱਜ ਤੱਕ ਉੱਥੇ ਨਹੀਂ ਗਈ ਠੀਕ ਹੈ ਇਹ ਕਾਂਗਰਸ ਵਾਲੇ ਸਵਾਲ ਪੁੱਛਣਗੇ ਮੈਂ ਉਸ ਤੋਂ ਪਹਿਲਾਂ ਹੀ ਪੁੱਛ ਲਵਾਂ ਰਾਜਾ ਵੜਿੰਗ ਕਹਿੰਦੇ ਮੈਂ ਬਹੁਤ ਕੋਸ਼ਿਸ਼ ਕੀਤੀ ਦਿੱਲੀ ਦੇ ਵੀ ਚੱਕਰ ਲਗਾਏ ਧਰਨਾ ਵੀ ਉਹਨਾਂ ਨੇ ਲਗਾ ਦਿੱਤਾ ਸੀ ਨਹੀਂ ਇੱਕ ਗੱਲ ਦੱਸੋ ਤੁਸੀਂ ਮੈਨੂੰ ਕਹੀ ਜਾਓ ਕਿ ਜੀ ਡਿਬੇਟ ਤੇ ਬਹਿ ਜਾਓ ਤੇ ਮੈਨੂੰ ਲਿੰਕ ਭੇਜੋ ਹੀ ਨਾ ਇਸ ਲਈ ਇਹ ਜਿਹੜੇ ਰਾਜਾ ਵੜਿੰਗ ਸਾਹਿਬ ਨੇ ਇਹ ਤਾਂ ਬਹੁਤ ਵੱਡੇ ਇੱਕ ਤਰ੍ਹਾਂ ਦੇ ਫਿਲਾਸਫਰ ਟਾਈਪ ਬੰਦੇ ਨੇ ਜਿਹੜੇ ਪ੍ਰੈਕਟੀਕਲ ਕਰਨ 'ਚ ਬਲੀਵ ਨਹੀਂ ਕਰਦੇ ਇਹਨਾਂ ਨੂੰ ਇਹ ਪੁੱਛੋ ਵੀ ਕਿਹੜੀ ਚਿੱਠੀ ਕਿਵੇਂ ਦੇਈਦੀ ਹੈ ਜਾ ਕੇ ਠੀਕ ਹੈ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਸ਼ੁਰੂ ਹੀ ਨਹੀਂ ਕੀਤੀ ਗਈ ਸਿਰਫ ਗੱਲਾਂ ਸੀ ਕਰਦਾ ਹੀ ਨਹੀਂ ਇਹ ਤੇ ਪ੍ਰੋਟੈਕਟ ਕਰਦੇ ਰਹੇ ਆ ਇੱਕ ਗੱਲ ਦੇਖੋ ਇੰਨੇ ਸਾਲਾਂ ਤੋਂ ਇਹਨਾਂ ਤੋਂ ਬੱਸ ਨਹੀਂ ਚੱਲੀ 3 ਮਹੀਨੇ 'ਚ ਭਗਵੰਤ ਸਿੰਘ ਮਾਨ ਜੀ ਨੇ ਕਿਵੇਂ ਆ ਕੇ ਬੱਸ ਚਲਾਤੀ ਇਹ ਤੇ ਸਵਾਲ ਹੈ ਇਹਦਾ ਜਵਾਬ ਪੰਜਾਬ ਦੇ ਲੋਕੀ ਦੇਣਗੇ ਅਸੀਂ ਸਾਨੂੰ ਕਹਿਣਗੇ ਇੱਕ ਗੱਲ ਸੋ ਇਸ ਰੇਟ ਦੇ ਅੰਦਰ ਪੰਜਾਬ ਤੋਂ ਦਿੱਲੀ ਬੱਸਾਂ ਜਾ ਰਹੀਆਂ ਨੇ ਇਹਨਾਂ ਨੇ ਕਿਉਂ ਨਹੀਂ ਚਲਾਈਆਂ ਇਹ ਗੱਲਾਂ ਸਿਰਫ ਇਹ ਕਰਦੇ ਜੀ ਦਿੱਲੀ ਵਾਲੇ ਨਹੀਂ ਚੱਲਣ ਦਿੰਦੇ ਉਹ ਭਾਈ ਪ੍ਰੋਪਰ ਕਾਗਜ਼ ਸਿਸਟਮ ਨੂੰ ਤੁਸੀਂ ਬਣਾਉਣਾ ਹੀ ਨਹੀਂ ਚਾਹੁੰਦੇ ਸੀਗੇ ਇਸ ਕਰਕੇ ਬਾਰ-ਬਾਰ ਬਹਾਨੇ ਨਾ ਮਾਰੋ ਅੱਜ ਆਮ ਆਦਮੀ ਪਾਰਟੀ ਨੇ ਇੱਕ ਹੋਰ ਮਾਫੀਆ ਦੇ ਉੱਤੇ ਐਂਡ ਕਰਤਾ ਇੱਕ ਤਰ੍ਹਾਂ ਦਾ ਸਿਸਟਮ ਨੂੰ ਕੋਲੈਪਸ ਜਿਹੜਾ ਇਹਨਾਂ ਨੇ ਕੀਤਾ ਹੋਇਆ ਸੀ ਸਿਸਟਮ ਨੂੰ ਉਹਨੂੰ ਖੜਾ ਕਰਤਾ ਜੀ ਠੀਕ ਹੈ ਸਰ ਤੁਹਾਡੀ ਗੱਲ ਪੂਰੀ ਆਈ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਬਾਕੀ ਪਾਰਟੀਆਂ ਦੀ ਵੀ ਗੱਲ ਆਪਾਂ ਲੈ ਸਕੀਏ ਸਵਾਲ ਹੋਣਗੇ ਉਹਨਾਂ ਦਾ ਵੀ ਤੁਸੀਂ ਜਵਾਬ ਦੇ ਸਕੋ ਅਮਿਤ ਬਾਵਾ ਜੀ ਮੈਂ ਸ਼ੁਰੂਆਤ ਇੱਥੋਂ ਹੀ ਕਰ ਰਹੇ ਕਿ ਬ੍ਰੇਕ ਲੱਗੀ ਹੋਈ ਸੀ ਹੁਣ ਤੱਕ ਦੇਖੋ ਸਰਕਾਰ ਬਦਲੀ ਹੈ ਤੇ ਦਾਅਵਾ ਕਰ ਰਹੇ ਨੇ ਅਸੀਂ 3 ਮਹੀਨਿਆਂ 'ਚ ਕਰ ਦਿੱਤਾ ਜਿਹੜਾ ਹੁਣ ਤੱਕ ਸਰਕਾਰਾਂ ਨਹੀਂ ਕਰ ਸਕੀਆਂ ਔਰ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਕਿਉਂ ਨਹੀਂ ਜਾ ਰਹੀਆਂ ਸੀ ਬੱਸਾਂ ਜੇ ਹਰਿਆਣਾ ਵਾਲੀ ਬੱਸ ਉੱਥੇ ਜਾ ਸਕਦੀ ਹੈ ਜਾਂ ਫਿਰ ਜੇ ਕੋਈ ਪ੍ਰਾਈਵੇਟ ਬੱਸ ਉੱਥੇ ਜਾ ਸਕਦੀ ਹੈ ਦਿੱਲੀ 에ਅਰਪੋਰਟ ਤੱਕ ਤਾਂ ਪੰਜਾਬ ਵਾਲੀਆਂ ਸਰਕਾਰੀ ਬੱਸਾਂ ਦੀ ਬ੍ਰੇਕ ਕਿਉਂ ਲੱਗੀ ਹੋਈ ਸੀ ਅਮਿਤ ਬਾਵਾ ਜੀ ਚਲੋ ਲੱਗ ਰਿਹਾ ਬਾਬਾ ਜੀ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਔਰ ਕੁਝ ਹੀ ਪਲਾਂ ਦੇ ਵਿੱਚ ਦੁਬਾਰਾ ਸਾਡੇ ਨਾਲ ਜੁੜਨਗੇ ਔਰ ਹਰਜੀਤ ਭੁੱਲਰ ਜੀ ਵੀ ਜੁੜੇ ਹੋਏ ਨੇ ਜੈਬਾਨ ਜੀ ਵੀ ਜੁੜੇ ਹੋਏ ਨੇ ਜੈਬਾਨ ਜੀ ਦਾਅਵਿਆਂ 'ਚ ਦਮ ਨਜ਼ਰ ਆ ਰਿਹਾ ਕਿਉਂਕਿ ਅਕਾਲੀ ਭਾਜਪਾ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ ਉਹ ਤੁਹਾਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਨੇ ਕਿ ਸਾਬਕਾ ਸਰਕਾਰਾਂ ਨੇ ਕੋਸ਼ਿਸ਼ ਨਹੀਂ ਕੀਤੀ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਿੱਜੀ ਮਫਾਦ ਧਿਆਨ ਦੇ ਵਿੱਚ ਸੀ ਇਸ ਕਰਕੇ ਕਿਸੇ ਨੇ ਜ਼ੋਰ ਹੀ ਨਹੀਂ ਦਿੱਤਾ ਕਿ ਬੱਸਾਂ ਨੂੰ 에ਅਰਪੋਰਟ ਤੱਕ ਭੇਜ ਦਿੱਤਾ ਜਾਵੇ गौरव जी मैं एक थोड़ा जिहा किस्सा तुहानूं सुणाना एक जम्मू कश्मीर का वाकया है कि मैं एक उत्थों के लीडर नूं पुछया सीगा मुस्लिम लीडर नूं कि अजकल पाकिस्तान ऑक्यूपाइड कश्मीर च नवीं सरकार बन गई है तो तुसीं बड़े खुश हो गए कि कैसे तरीके की सरकार उत्थे चलेगी कहंदा उनका क्या है वहां तो अगर एक गौशाला एक डेयरी फार्म खुलता है तो मिनिस्टर आ जाता है उसको इनॉग्रेट करने के लिए आज मैं वही चीज इत्थे देख रहा 4 बसां की चलातियां उथों दी दे अरविंद केजरीवाल आके एडे छाती फैला के केजरीवाल जी कही जा रहे ने बसां चलाती है केड़ा बड़ा काम कर देता बसां चला के कोई नवा एयरपोर्ट बनाया हुंदा कोई एयर फेरी सर्विस शुरू की हुंदी
ਕੋਈ ਹੋਰ ਐਸਾ ਕੋਈ ਵੱਡਾ ਸਿਸਟਮ ਕੀਤਾ ਹੁੰਦਾ। ਪਟਿਆਲੇ ਦੇ 에ਅਰਪੋਰਟ ਦੇ ਵਿੱਚ ਛੋਟੇ ਡੋਡੀਅਰ 에ਅਰਕ੍ਰਾਫਟ ਆ ਸਕਦੇ ਨੇ, ਉਹਨਾਂ ਨੂੰ ਲੈ ਕੇ ਆਏ ਹੁੰਦੇ ਤੇ ਮੈਂ ਕਹਿੰਦਾ ਕਿ ਬੜਾ ਵੱਡਾ ਕੋਈ ਇਹਨਾਂ ਨੇ ਕੋਈ ਕੰਮ ਕੀਤਾ ਹੈ। ਬੱਸਾਂ ਚਾਰਜ ਲਾ ਕੇ ਕਿਹੜਾ ਵੱਡਾ ਕੰਮ ਕਰ ਦਿੱਤਾ। ਦੂਸਰਾ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਜਦੋਂ ਇਹ ਬੱਸਾਂ ਬੰਦ ਹੋਈਆਂ ਸੀ, ਜਦੋਂ ਚੱਲਦੀਆਂ ਸੀ, ਉਦੋਂ ਮੈਂ ਦਿੱਲੀ ਤੋਂ ਆਉਂਦਾ ਹੁੰਦਾ ਸੀਗਾ ਇਹਨਾਂ ਬੱਸਾਂ ਦੇ ਵਿੱਚ ਕਈ ਵਾਰ, ਬਿਕੋਜ਼ ਮੈਂ ਬਸੰਤਪੁਰ ਚ ਰਹਿੰਦਾ ਸੀ ਜੀ। ਤੇ ਜਦੋਂ ਇਹ ਬੱਸਾਂ ਬੰਦ ਹੋਈਆਂ ਨੇ ਤੇ ਇਹ ਕੇਜਰੀਵਾਲ ਗਵਰਨਮੈਂਟ ਨੇ ਹੀ ਉੱਥੇ ਬੰਦ ਕਰਾਈਆਂ, ਤੇ ਬੰਦ ਕਰਾਉਣ ਦਾ ਰੀਜ਼ਨ ਸੀਗਾ ਪੋਲਿਊਸ਼ਨ। ਕਹਿੰਦੇ ਸੀਗੇ ਕਿ ਐਡੀਆਂ ਬੱਸਾਂ ਇੱਥੇ ਆਉਂਦੀਆਂ ਨੇ, ਇੱਕ ਤੇ ਇੱਥੇ ਆ ਕੇ ਗਲਤ ਟਾਈਮ ਦੇ ਉੱਤੇ ਆਉਂਦੀਆਂ ਨੇ, ਟ੍ਰੈਫਿਕ 'ਚ ਫਸਦੀਆਂ ਨੇ, ਪੋਲਿਊਸ਼ਨ ਹੋ ਜਾਂਦੀ ਹੈ। ਹੁਣ ਮੈਨੂੰ ਇਹ ਦੱਸਣ ਕਿ ਜਿਹੜੀਆਂ ਇਹਨਾਂ ਨੇ ਇੱਥੇ ਬੱਸਾਂ ਬਣਾਈਆਂ ਨੇ ਉਹ CNG ਨੇ ਕਿ ਦੂਸਰੀਆਂ ਨੇ? ਹੁਣ ਉਹ ਪੋਲਿਊਸ਼ਨ ਕਿੱਥੇ ਗਈ? ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਪਹਿਲਾਂ 에ਅਰਪੋਰਟ ਤੱਕ ਬੱਸਾਂ ਜਾਂਦੀਆਂ ਸੀ, ਪਰ ਜਦੋਂ ਦਿੱਲੀ 'ਚ ਸਰਕਾਰ ਬਦਲੀ ਤਾਂ ਉਦੋਂ ਬੱਸਾਂ ਉੱਥੇ ਜਾਣੀਆਂ ਬੰਦ ਕਰ ਦਿੱਤੀਆਂ ਗਈਆਂ, ਉਹਨਾਂ ਤੇ ਰੋਕ ਲਗਾ ਦਿੱਤੀ ਗਈ। ਹਾਂ, ਪੋਲਿਊਸ਼ਨ ਦੇ ਨਾਂ ਤੇ। ਪੋਲਿਊਸ਼ਨ ਦੇ ਨਾਮ ਤੇ। ਸਨੀ ਅਹਲੂਵਾਲੀਆ ਜੀ ਜਵਾਬ ਦੇਣਾ ਚਾਹੋਗੇ? ਉੱਥੇ ਪਾਰਕਿੰਗ ਦੀ ਕੋਈ ਜਗ੍ਹਾ ਨਹੀਂ ਸੀ। ਹੁਣ ਮੈਨੂੰ ਇਹ ਵੀ ਨਹੀਂ ਸਮਝ ਆਉਂਦਾ ਕਿ ਇਹਨਾਂ ਨੇ ਕੋਈ ਪਾਰਕਿੰਗ ਦੀ ਉੱਥੇ ਜਗ੍ਹਾ ਬਣਾਈ ਹੈ ਕਿ ਇਹ ਸਿਸਟਮ ਕੀ ਇਹਨਾਂ ਨੇ ਉੱਥੇ ਅਡਾਪਟ ਕੀਤਾ ਹੈ। ਤੇ ਚਲੋ ਠੀਕ ਹੈ, ਬਹੁਤ ਅੱਛੀ ਗੱਲ ਹੈ, ਬਟ ਇਨ ਦ ਸੈਂਸ ਕਿ ਹੁਣ ਤੱਕ ਤੇ ਕਾਫੀ ਲੋਕਾਂ ਨੇ, ਬਿਕੋਜ਼ ਇਹਨਾਂ ਨੇ ਰੋਕ ਦਿੱਤਾ ਸੀਗਾ ਤੇ ਲੋਕਾਂ ਨੇ ਆਪਣੀਆਂ ਟੈਕਸੀ ਸਰਵਿਸਿਜ਼ ਤੇ ਹੋਰ ਤਰੀਕੇ ਕੱਢ ਲਏ ਸੀਗੇ। ਜਿੰਨੇ ਸਾਡੇ ਨੌਜਵਾਨ ਉੱਥੇ ਟੈਕਸੀਆਂ ਲੈ ਕੇ ਜਾਂਦੇ ਨੇ, ਉਹਨਾਂ ਦੀ ਵੀ ਬੇਰੋਜ਼ਗਾਰੀ ਜਿਹੜੀ ਹੈ ਉਹਦੇ ਉੱਤੇ ਇਫੈਕਟ ਹੋਏਗਾ। ਉਹਨਾਂ ਦੇ ਬਾਰੇ ਇਹਨਾਂ ਨੇ ਸੋਚਿਆ ਹੀ ਨਹੀਂ। ਤੇ ਦੂਸਰਾ, ਕੋਈ ਵੱਡੀ ਕੰਮ ਕਰੋ। ਤੁਸੀਂ ਆਏ ਹੋ, ਕੋਈ 에ਅਰ ਸਰਵਿਸ ਖੋਲੋ, 에ਅਰ ਫੈਰੀ ਖੋਲੋ, ਹੈਲੀਕਾਪਟਰ ਸਿਸਟਮ ਕਰੋ। NRI ਆਉਂਦੇ ਨੇ, ਉਹਦੇ ਵਿੱਚ ਤੁਸੀਂ ਕੋਈ ਇੱਕ ਨਵਾਂ 에ਅਰਪੋਰਟ ਬਣਾਓ, ਉਹਦੇ ਵਾਸਤੇ ਕੁਝ ਕਰੋ। ਤੇ ਮੈਂ ਮੰਨ ਵੀ ਲਵਾਂ ਕਿ ਕੋਈ ਵੱਡੀ ਗੱਲ ਕੀਤੀ ਹੈ। ਇਹ ਬੱਸਾਂ ਚਲਾ ਕੇ ਉੱਤੋਂ ਦੀ ਇੱਥੇ ਗੈਂਗਸਟਰ ਵਾਰ ਏਡੀ ਜ਼ਿਆਦਾ ਚੱਲ ਰਹੀ ਹੈ, ਉਹਦੇ ਉੱਤੋਂ ਦੀ ਮਨ ਹਟਾ ਕੇ ਤੇ ਚਲੋ ਠੀਕ ਹੈ ਜੀ, ਬੱਸਾਂ ਦੀ ਗੱਲ ਕਰ ਦਿਓ, ਕਿਉਂਕਿ 2-4 ਦਿਨਾਂ 'ਚ ਸੰਗਰੂਰ ਦੇ ਵਿੱਚ ਵੋਟਾਂ ਪੈਣੀਆਂ ਨੇ। ਤੇ ਏਦਾਂ ਕਰਕੇ ਤੇ ਮੇਰੇ ਹਿਸਾਬ ਨਾਲ ਗੌਰਵ ਜੀ ਨਹੀਂ ਚੱਲਣੀ ਇਹਨਾਂ ਦੀ ਸਰਕਾਰ, ਮੁਸ਼ਕਲ ਹੈ। ਚਲੋ ਠੀਕ ਹੈ ਸਨੀ ਜੀ, ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰਿਓ। ਅਹਲੂਵਾਲੀਆ ਸਾਹਿਬ, ਮੈਂ ਤੁਹਾਡੇ ਕੋਲ ਆਉਣਾ। ਹਰਜੀਤ ਭੁੱਲਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਦੁਬਾਰਾ। ਮੈਂ ਉਹਨਾਂ ਦਾ ਰੁਖ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਭੁੱਲਰ ਸਾਹਿਬ, ਬੱਸਾਂ ਨੂੰ ਲੈ ਕੇ ਬਹੁਤ ਕਿੰਤੂ ਪਰੰਤੂ ਹੈ। ਇਸ ਸਮੇਂ ਸਰਕਾਰ ਦਾਅਵਾ ਕਰ ਰਹੀ ਹੈ ਕਿ ਦੇਖੋ ਅਸੀਂ ਇੱਕ ਹੋਰ ਮਾਫੀਏ ਦਾ ਅੰਤ ਕਰ ਦਿੱਤਾ। ਜਿਨ੍ਹਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਔਰ ਪੰਜਾਬ ਦੀਆਂ ਬੱਸਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਸੀ, ਉਸ ਮਾਫੀਏ ਦਾ ਅੰਤ ਕਰ ਦਿੱਤਾ। ਹੁਣ ਡਾਇਰੈਕਟ 에ਅਰਪੋਰਟ ਤੱਕ ਸਰਕਾਰੀ ਬੱਸਾਂ, ਵੋਲਵੋ ਬੱਸਾਂ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਨ੍ਹਾਂ ਦਾ ਇੱਕ ਮੰਤਰੀ ਪੰਜਾਬ 'ਚ ਅੰਦਰ ਹੋਇਆ ਹੋਵੇ ਤੇ ਦੂਸਰਾ ਮੰਤਰੀ ਦਿੱਲੀ ਦੇ ਵਿੱਚ ਅੰਦਰ ਹੋਵੇ ਜੀ, ਦੋ ਮੰਤਰੀ ਅੰਦਰ ਹੋਣ, ਉਹ ਅੱਜ ਮਾਫੀਆ ਖਤਮ ਕਰਨ ਦੀ, ਕਰਪਸ਼ਨ ਖਤਮ ਕਰਨ ਦੀ ਗੱਲਾਂ ਕਰਦੇ ਨੇ ਆ ਕੇ। ਮੈਨੂੰ ਸਮਝ ਲੱਗਦੀ ਵੀ ਇਹ ਕਿਹੜੀ ਦੁਨੀਆ 'ਚ ਵਸ ਰਹੇ ਨੇ ਔਰ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕਿਹੜੀ ਕੋਸ਼ਿਸ਼ ਕਰ ਰਹੇ ਨੇ। ਜਿਹੜੀਆਂ ਬੱਸਾਂ ਇਹਨਾਂ ਨੇ ਆਪ ਰੋਕੀਆਂ ਸੀਗੀਆਂ ਪੰਜਾਬ ਦੀਆਂ, ਦਿੱਲੀ ਦੇ ਵਿੱਚ ਐਂਟਰ ਕਰਨ ਤੋਂ, 에ਅਰਪੋਰਟ ਤੇ ਜਾਣ ਤੋਂ, ਅੱਜ ਇਹਨਾਂ ਦੀ ਸਰਕਾਰ ਆਈ ਹੈ, ਇਹਨਾਂ ਨੇ ਸ਼ੁਰੂ ਕਰਨੀਆਂ। ਉਹ 'ਚ ਕੀ ਨਵਾਂ ਕਰਤਾ? ਔਰ ਇਹਨਾਂ ਦੇ ਜਦੋਂ ਪਿਛਲੀ ਸਰਕਾਰ ਸੀਗੀ ਕਾਂਗਰਸ ਦੀ, ਅੱਜ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਉਹ ਜਾ ਕੇ ਇਹਨਾਂ ਦੇ ਘਰ ਦੇ ਬਾਹਰ ਧਰਨਾ ਦੇ ਕੇ ਬੈਠੇ ਸੀਗੇ, ਇਹਨਾਂ ਦੇ ਆਫਿਸ ਦੇ ਬਾਹਰ ਧਰਨਾ ਦੇ ਕੇ ਬੈਠੇ ਸੀਗੇ ਮਿਲਣ ਵਾਸਤੇ। ਔਰ ਕੇਜਰੀਵਾਲ ਸਾਹਿਬ ਇਸ ਗੱਲ ਤੇ ਮਿਲੇ ਹੀ ਨਹੀਂ ਸੀਗੇ ਵੀ ਉਹ ਕਹਿੰਦੇ ਵੀ ਅਸੀਂ ਬੱਸਾਂ ਚੱਲਣ ਨਹੀਂ ਦੇਣੀਆਂ। ਤੇ ਅੱਜ ਕੋਈ ਨਵੀਂ ਗੱਲ ਥੋੜਾ ਕੀਤੀ ਹੈ। ਜਿਹੜੇ ਚੀਜ਼ ਵਾਸਤੇ ਆਪ ਕਸੂਰਵਾਰ ਸੀਗੇ, ਅੱਜ ਉਹੀ ਚੀਜ਼ਾਂ ਨੇ ਕਰੈਕਟ ਕੀਤੀ ਹੈ, ਕਰੈਕਟ ਕਰਕੇ ਉਹ ਚਲਾਤੀਆਂ। ਲੇਕਿਨ ਉਹਦੇ ਨਾਲ ਪੰਜਾਬ ਨੂੰ ਪਿਛਲੇ 7-8 ਸਾਲਾਂ 'ਚ ਕਿੰਨਾ ਘਾਟਾ ਇਹਨਾਂ ਨੇ ਪਵਾਇਆ, ਕਿਉਂਕਿ 2017 ਤੋਂ ਬੱਸਾਂ ਬੰਦ ਕੀਤੀਆਂ ਹੋਈਆਂ ਸੀਗੀਆਂ। ਉਹਦੇ ਜ਼ਿੰਮੇਵਾਰ ਕੌਣ ਨੇ? ਕੇਜਰੀਵਾਲ ਸਾਹਿਬ। ਤੇ ਕੇਜਰੀਵਾਲ ਸਾਹਿਬ ਨੇ ਕਿਹੜੇ ਮਾਫੀਆ ਨੂੰ ਉਸ ਟਾਈਮ ਜਿਹੜਾ ਹੈ ਫਾਇਦਾ ਉਠਾਇਆ ਸੀ, ਤੇ ਉਹਦੇ ਬਾਰੇ ਤੇ ਕੇਜਰੀਵਾਲ ਸਾਹਿਬ ਚਾਨਣ ਪਾ ਸਕਦੇ ਨੇ ਜਾਂ ਭਗਵੰਤ ਮਾਨ ਚਾਨਣ ਪਾ ਸਕਦੇ ਨੇ। ਔਰ ਦੂਜੀ ਗੱਲ, ਜਿਸ ਤਰ੍ਹਾਂ ਮਾਫੀਆ ਖਤਮ ਕਰਨ ਦੀ ਗੱਲ ਕਰ ਰਹੇ ਨੇ, ਅੱਜ ਸ਼ਰਾਬ ਦਾ ਜਿਹੜਾ ਮਾਫੀਆ ਸਭ ਤੋਂ ਵੱਡਾ ਰੈਡੀ ਬ੍ਰਦਰਸ ਨੇ ਜਿਹੜੇ ਸਾਊਥ ਦੇ ਨੇ, ਉਹਨਾਂ ਨੂੰ ਇਹਨਾਂ ਨੇ ਠੇਕੇ ਦੇ ਦਿੱਤੇ ਨੇ ਪੰਜਾਬ ਸਾਰੇ ਦੇ। ਉਸ ਮਾਫੀਆ ਨੇ ਇਹਨਾਂ ਨੇ ਸੈਟਿੰਗ ਕਰ ਲਈ ਹੈ। ਅੱਜ ਪੰਜਾਬ ਦੇ ਵਿੱਚ ਸਭ ਤੋਂ ਤੁਸੀਂ ਦਾਅਵਾ ਕਰ ਰਹੇ ਹੋ ਕਰ ਰਿਹਾ ਹੈਗਾ ਜਿਹਦਾ ਨਾਂ ਕੇਜਰੀਵਾਲ ਐਂਡ ਕੰਪਨੀ ਹੈ। ਜੀ ਭੁੱਲਰ ਸਾਹਿਬ, ਤੁਸੀਂ ਇਹ ਦਾਅਵਾ ਕਰ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਜਦੋਂ ਸਰਕਾਰ ਸੀ ਤਾਂ ਉਸ ਸਮੇਂ ਬੱਸਾਂ 에ਅਰਪੋਰਟ ਤੱਕ ਜਾਂਦੀਆਂ ਸੀ। ਦੇਖੋ ਇਸ ਤਰ੍ਹਾਂ ਹੈਗਾ ਕਿ ਉਦੋਂ ਬੱਸਾਂ ਜਾਂਦੀਆਂ ਸੀਗੀਆਂ, ਲੇਕਿਨ ਜਦੋਂ ਸਰਕਾਰ ਕਾਂਗਰਸ ਦੀ ਕੇਜਰੀਵਾਲ ਦੀ ਆਈ ਹੈਗੀ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਇਹਨਾਂ ਨੇ ਬੱਸਾਂ ਬੰਦ ਕਰਤੀਆਂ ਜੀ। ਔਰ 2017 ਤੋਂ ਲੈ ਕੇ ਹੁਣ ਤੱਕ ਬੰਦ ਰਹੀਆਂ ਉੱਥੇ। ਉਹ ਫਾਇਦਾ ਕਿਹਨੂੰ ਚੁਕਵਾਇਆ ਗਿਆ? ਇਸ ਮਾਫੀਆ ਨੇ, ਜਿਹੜਾ ਕੇਜਰੀਵਾਲ ਐਂਡ ਪਾਰਟੀ ਮਾਫੀਆ ਹੈਗੀ ਹੈ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ। ਠੀਕ ਹੈ, ਇੰਪੋਰਟੈਂਟ ਪੁਆਇੰਟ ਹੈ ਜੀ। ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ, ਇੰਪੋਰਟੈਂਟ ਹੈ। ਸਨੀ ਅਹਲੂਵਾਲੀਆ ਜੀ, ਤੁਹਾਡੇ ਤੱਕ ਆਵਾਜ਼ ਪਹੁੰਚੀ ਹੋਏਗੀ। ਦੇਖੋ ਇਸ ਸਮੇਂ ਤੁਹਾਡੇ ਵਿਰੋਧੀ ਇਹੀ ਕਹਿ ਰਹੇ ਨੇ ਕਿ ਜਦੋਂ ਸਰਕਾਰ ਦਿੱਲੀ ਦੇ ਵਿੱਚ ਬਦਲੀ ਹੈ ਤਾਂ ਉਸ ਸਮੇਂ ਹੀ ਬੱਸਾਂ ਬੰਦ ਕੀਤੀਆਂ ਗਈਆਂ ਨੇ ਤੇ ਉਸ ਦੀ ਵਜ੍ਹਾ ਦੱਸੀ ਗਈ ਪੋਲਿਊਸ਼ਨ, ਕਿ ਪੋਲਿਊਸ਼ਨ ਬਹੁਤ ਹੁੰਦਾ ਔਰ ਬੇਟਾਈਮੇ ਬੱਸਾਂ ਹੁੰਦੀਆਂ ਨੇ, ਇਸ ਕਰਕੇ ਟ੍ਰੈਫਿਕ ਨੂੰ ਵੀ ਦਿੱਕਤ ਹੁੰਦੀ ਹੈ ਔਰ ਇਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ। ਤੇ ਹੁਣ ਦੁਬਾਰਾ ਸ਼ੁਰੂ ਹੋਈ ਹੈ, ਕਿਉਂਕਿ ਪੰਜਾਬ 'ਚ ਵੀ ਸਰਕਾਰ ਤੁਹਾਡੀ, ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ।
ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣਾ ਵੀ ਚਾਹੁੰਦਾ, ਦੱਸਣਾ ਵੀ ਚਾਹੁੰਦਾ, ਔਰ ਹੈਰਾਨਗੀ ਇਸ ਗੱਲ ਦੀ ਹੈ ਜੀ। ਕਿ ਪੰਜਾਬ ਸਰਕਾਰ ਇੰਨਾ ਵਧੀਆ ਡਿਸੀਜਨ ਲੈਂਦੀ ਹੈ, ਸਾਰੇ ਲੋਕੀ ਤਾਰੀਫ ਕਰਦੇ ਆ, ਇਹਨਾਂ ਨੂੰ ਤਕਲੀਫ ਹੁੰਦੀ ਹੈ। ਇਹ ਕਹਿੰਦੇ ਆ ਦਿੱਲੀ ਜਾਣ ਤੋਂ ਬੰਦ ਕਰਤੀਆਂ ਬੱਸਾਂ, ਅਸੀਂ ਕਹਿੰਦੇ ਆ ਤੁਸੀਂ ਤਾਂ ਪੰਜਾਬ 'ਚ ਵੀ ਪੰਜਾਬ ਰੋਡਵੇਜ਼ ਦੀ ਬੱਸ ਚੱਲਣ ਨਹੀਂ ਦਿੱਤੀ, ਸਾਰਾ ਕੁਝ ਪ੍ਰਾਈਵੇਟ ਨੂੰ ਦੇਤਾ, ਸਾਰਾ ਟਾਈਮ ਟੇਬਲ ਹਿਲਾਤਾ, ਪੰਜਾਬ ਦਾ ਸਾਰਾ ਸਿਸਟਮ ਵਿਗਾੜਤਾ। ਇਹ ਜੇ ਸਾਡੇ ਤੇ ਇਲਜ਼ਾਮ ਲਾ ਰਹੇ ਹੈ, ਕੇਜਰੀਵਾਲ ਦਾ ਝੂਠਾ ਖਾਦਾ ਹੋਇਆ ਸਾਰਿਆਂ ਨੇ ਇਹਨਾਂ ਨੇ। ਨਹੀਂ ਜਦ ਮੈਂ ਬੋਲ ਰਿਹਾ ਵਿੱਚ ਨਾ ਬੋਲਿਆ ਕਰੋ ਜੀ, ਨਾ ਜਦ ਤੁਹਾਡੀ ਵਾਰੀ ਆਉਂਦੀ ਮੈਂ ਨਹੀਂ ਬੋਲਦਾ, ਥੋੜੀ ਜਿਹੀ ਪੇਸ਼ੈਂਸ ਰੱਖੋ, ਸੁਣਨ ਦੀ ਹਿੰਮਤ ਰੱਖੋ। ਸਾਰੀਆਂ ਬੱਸਾਂ ਇੱਕ ਐਮਐਲਏ ਤੁਸੀਂ ਸਾਡਾ ਦੱਸਦੇ ਹੋ ਜਿਹੜਾ ਬੱਸਾਂ ਚਲਾਉਂਦਾ, ਔਰ ਅਸੀਂ ਤੁਹਾਡੀ ਮੇਰੀ ਭਾਈ ਸਾਹਿਬ ਪਹਿਲਾਂ ਪਤਾ ਕਿ ਪਹਿਲਾਂ ਡਿਬੇਟ ਦਾ ਸਿਸਟਮ ਸਮਝ ਲਿਆ ਕਰੋ, ਦੂਜੇ ਨੂੰ ਬੋਲਣ ਦਿਆ ਕਰੋ। ਚਲੋ ਇੱਕ ਹੀ ਕਰਕੇ ਫਿਰ ਗੱਲ ਆਪਣੀ ਕਰਦੇ ਹੋ ਨਾ, ਇਹ ਡੌਨਪਨਾ ਨਹੀਂ ਚੱਲਣਾ ਹੁਣ ਪੰਜਾਬ 'ਚ, ਬੰਦਮਾਸ਼ੀਆਂ ਬੰਦ ਕਰ ਦਿਓ। ਜਿਹੜਾ ਇਹਨਾਂ ਨੇ ਸਿਸਟਮ ਅੱਜ ਤੱਕ ਚਲਾਉਂਦੇ ਰਹੇ ਹੈ, ਅੱਜ ਤੱਕ ਤੁਸੀਂ ਚਲਾ ਰਹੇ ਹੋ, ਅਸੀਂ ਨਹੀਂ ਚਲਾ ਰਹੇ, ਨੂੰ ਫੋਲੋ ਅਪ ਨਹੀਂ ਕਰਨਾ, ਕਰੈਕਟ ਲੈਟਰਸ ਨਹੀਂ ਭੇਜਣੀਆਂ, ਇਹ ਸਿਸਟਮ ਨੂੰ ਕੋਲੈਪਸ ਕਰਨ ਦਾ ਸਿਸਟਮ ਹੈ ਇਹਨਾਂ ਦਾ। ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਬੱਸਾਂ ਇਹ ਕਹਿੰਦੇ ਪਏ ਹੈ ਕਿ ਦਿੱਲੀ ਸਰਕਾਰ ਨੇ ਬੰਦੇ ਹੀ ਬੰਦ ਕੀਤੀਆਂ, ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਪੰਜਾਬ ਸਰਕਾਰ ਦੀਆਂ ਬੱਸਾਂ ਕਿਉਂ ਬੰਦ ਹੋਈਆਂ, ਉਹਦੇ ਪਿੱਛੇ ਕੀ ਰੀਜ਼ਨ ਸੀਗਾ। ਆਪਣੀਆਂ ਤੇ ਜਾਣਗੀਆਂ ਇੰਡੋ ਕੈਨੇਡੀਅਨ ਯੂਰੋ ਫਲਾਨੀ ਬੱਸ, ਔਰ ਪੰਜਾਬ ਸਰਕਾਰ ਦੀ ਬੱਸ ਜਾਏਗੀ ਕਿਹੜੀ ਵਾਲੀ, ਜਿਹੜੀ ਪੋਲਿਊਸ਼ਨ ਕਰਦੀ ਹੋਵੇ। ਇਹ ਸਮਾਲ ਨੋਰਮਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਹ ਸਰਕਾਰਾਂ ਜਾਣ ਕੇ ਨਹੀਂ ਭਰਦੀਆਂ ਤਾਂ ਕਿ ਪ੍ਰਾਈਵੇਟ ਟਰਾਂਸਪੋਰਟਰਸ ਨੂੰ ਬੈਨੀਫਿਟ ਦਿੱਤਾ ਜਾਏ, ਔਰ ਪਿਛਲੀ ਸਰਕਾਰਾਂ ਨੇ ਇਹ ਕਰਦੇ ਰਹੇ ਨੇ। ਇਹ ਅੱਜ ਸਾਡੇ ਤੇ ਇਲਜ਼ਾਮ ਲਾਉਣ ਸੀ ਇਹਨਾਂ ਨੇ ਇਹ ਕਰਤਾ। ਇਹਨਾਂ ਨੂੰ ਕਿਆ ਵੋਲਵੋ ਬੱਸਾਂ ਇਹ ਲੋਕ ਖਰੀਦ ਨਹੀਂ ਸਕਦੇ ਸੀ, ਕਿਆ ਵੋਲਵੋ ਬੱਸਾਂ ਦਿੱਲੀ ਭੇਜ ਨਹੀਂ ਸਕਦੇ ਸੀਗੇ। ਇਹ ਕਹਿ ਰਹੇ ਜੀ ਉਹਨਾਂ ਨੇ ਉੱਥੇ ਜਾ ਕੇ ਧਰਨਾ ਲਾਇਆ, ਧਰਨਾ ਤਦ ਲਾਇਆ ਜਦ ਪੰਜਾਬ 'ਚ ਚੀਫ ਮਿਨਿਸਟਰ ਸੀਗੇ ਦਿੱਲੀ ਦੇ, ਉਹਨਾਂ ਨੇ ਕਿਹਾ ਵੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਕਾਗਜ਼ ਤਾਂ ਭੇਜੋ, ਕਾਗਜ਼ ਤਾਂ ਦਿਓ, ਗੱਲਾਂ ਨਾਲ ਕਿਵੇਂ ਕਰੋਗੇ। ਸਿਰਫ ਪੋਲੀਟੀਕਲ ਬੈਨੀਫਿਟ ਲੈਣ ਲਈ ਇਹ ਲੋਕ ਉਹ ਕਰਦੇ ਨੇ। ਹੁਣ ਹੈਰਾਨਗੀ ਇਹਨਾਂ ਨੂੰ ਇਹ ਹੁੰਦੀ ਹੈ ਕਿ 1100 ਰੁਪਏ 'ਚ 800 ਰੁਪਏ 'ਚ 900 ਰੁਪਏ 'ਚ ਕਿਵੇਂ ਇਹ ਲੋਕ ਦਿੱਲੀ 에ਅਰਪੋਰਟ ਬੱਸ ਭੇਜਣਗੇ, ਸਾਡੀ ਬੱਸਾਂ ਦਾ ਕੀ ਜਾਏਗਾ। ਇਹ ਲੜਾਈ ਇਹ ਕਰਦੇ। ਮੈਂ ਬੀਜੇਪੀ ਵਾਲੇ ਸਾਡੇ ਮੈਨੂੰ ਪਤਾ ਵੀ ਬਹੁਤ ਵਧੀਆ ਸਰਵਿਸਿਜ਼ ਤੋਂ ਆਏ ਹੋਏ ਨੇ, ਮੈਂ ਇਹਨਾਂ ਤੋਂ ਹੈਰਾਨ ਆ। ਇਹ ਕਹਿੰਦੇ ਹੈਲੀਕਾਪਟਰ ਸ਼ੁਰੂ ਕਰੋ, ਹਵਾਈ ਜਹਾਜ਼ ਸ਼ੁਰੂ ਕਰੋ। ਉਹ ਭਾਈ ਪੰਜਾਬ 'ਚ ਪਹਿਲਾਂ ਬੱਸਾਂ ਤਾਂ ਸ਼ੁਰੂ ਕਰਨ ਦਿਓ। ਬੱਸਾਂ ਦੀ ਕਿੰਨੀ ਵੱਡੀ ਪ੍ਰੋਬਲਮ ਸੀਗੀ, 에ਅਰਪੋਰਟ ਨਹੀਂ ਜਾਣ ਪਾਉਂਦੇ ਸੀ, ਲੋਕਾਂ ਨੂੰ 4-4 ਹਜ਼ਾਰ 5-5 ਹਜ਼ਾਰ 3500 ਰੁਪਇਆ ਦੇਣਾ ਪੈਂਦਾ ਸੀ ਦਿੱਲੀ ਜਾਣ ਲਈ। ਉਸ ਤੋਂ ਬਾਅਦ ਇਹਨਾਂ ਦੀ ਬਦਮਾਸ਼ੀ ਚੱਲਦੀ ਸੀਗੀ, ਬਿਨਾਂ ਟੈਕਸ ਪੇ ਕਰੇ ਪੰਜਾਬ ਨੂੰ ਮਾਫੀਆ ਇੰਨਾ ਲੁੱਟਦਾ ਪਿਆ ਸੀ, ਬਿਨਾਂ ਟੈਕਸ ਪੇ ਕਰੇ ਕਿਸੇ ਵੀ ਸਟੇਟ ਦਾ ਇਹ ਲੋਕ ਕਰਦੇ ਪਏ ਸੀ। ਅਸੀਂ ਸਾਰੀਆਂ ਚੀਜ਼ਾਂ ਠੀਕ ਕਰਤੀਆਂ ਰਾਦਰ ਦੇਨ ਤਾਰੀਫ ਕਰਨ ਦੇ, ਰਾਦਰ ਦੇਨ ਇਹ ਕਹਿਣ ਲਈ ਵੀ ਚੰਗਾ ਕੰਮ ਕਰ ਰਹੇ ਹੋ, ਪਰ ਪੋਲੀਟੀਕਲ ਆਪਣੇ ਜਵਾਬ ਲੈ ਲੈਣ ਦੀ ਗੱਲ ਆਪਣੀਆਂ ਸਾਰੀਆਂ ਉਹ ਕਰਦੇ। ਠੀਕ ਹੈ ਚਲੋ ਆਪਾਂ ਇੱਕ ਰਿਐਕਸ਼ਨ ਲੈ ਲਈਏ। ਬੋਲਰ ਜੀ ਮੈਂ ਤੁਹਾਡੇ ਕੋਲ ਆਉਣਾ ਕਿ ਹਵਾਈ ਜਹਾਜ਼ ਉਡਾ ਦਿਓ, 에ਅਰਪੋਰਟ ਹੋਣ ਨਾ ਹੋਣ ਹਵਾਈ ਜਹਾਜ਼ ਉਡਾ ਦਿਓ ਤੁਸੀਂ। ਮੈਂ ਜਿੰਨਾ ਸਮਝ ਪਾਇਆ ਆਲੂਵਾਲੀਆ ਜੀ, ਮੈਂ ਜਿੰਨਾ ਸਮਝ ਪਾਇਆ, ਮੈਂ ਕੋਸ਼ਿਸ਼ ਕਰਦਾ ਕਿ ਕਾਂਗਰਸ ਦੇ ਬੁਲਾਰੇ ਵੀ ਸਾਡੇ ਨਾਲ ਜਲਦ ਜੁੜ ਜਾਣ, ਤਾਂ ਉਹਨਾਂ ਤੋਂ ਵੀ ਉਹਨਾਂ ਦਾ ਰਿਐਕਸ਼ਨ ਜ਼ਰੂਰ ਲੈਣਾ ਹੋਏਗਾ। ਇੱਥੇ ਸਾਬਕਾ ਸਰਕਾਰ ਪਿਛਲੇ 5 ਸਾਲ ਉਹਨਾਂ ਦੀ ਸੀ, ਪਰ ਜੇ ਜੋ ਤੁਹਾਡੀ ਗੱਲ ਸਮਝ ਆ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਬੱਸਾਂ ਇਸ ਕਰਕੇ ਬੰਦ ਹੋਈਆਂ ਕਿਉਂਕਿ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ ਚਮਚਮਾਉਂਦੀਆਂ, ਤੇ ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਭੇਜੀਆਂ ਜਾਂਦੀਆਂ ਸੀ ਉਹ ਭੇਜੀਆਂ ਜਾਂਦੀਆਂ ਸੀ ਜਿਹੜੀਆਂ ਖਸਤਾ ਹਾਲਤ ਦੇ ਵਿੱਚ ਨੇ। ਇਹ ਕਹਿ ਰਹੇ ਹੋ ਤੁਸੀਂ? ਸਰ ਮੈਂ ਕਹਿ ਰਿਹਾ ਤੁਹਾਨੂੰ ਕਲੀਅਰਲੀ ਕਿ ਇਹਨਾਂ ਨੇ ਵਿਦਆਊਟ ਪਰਮਿਸ਼ਨ, ਵਿਦਆਊਟ ਨੋਰਮਸ ਦੇਖੇ ਬੱਸਾਂ ਇਹਨਾਂ ਦੀਆਂ ਗਲਤੀਆਂ ਕਰਕੇ ਬੰਦ ਹੋਈਆਂ। ਦਿੱਲੀ ਸਰਕਾਰ ਦੇ ਬਾਰ-ਬਾਰ ਇਲਜ਼ਾਮ ਲਾਉਂਦੇ ਨੇ ਨੋਰਮਸ ਜੇ ਪੂਰੇ ਨਹੀਂ ਕਰਾਂਗੇ ਤੇ ਕਿਵੇਂ ਸਿਸਟਮ ਨੂੰ ਚਲਾਵਾਂਗੇ। ਜਿਹੜੀਆਂ ਬੱਸਾਂ ਬਾਰ-ਬਾਰ ਕਹਿੰਦੇ ਕਿ ਇਦਾਂ ਕਰਤੀ ਉਹ ਕਰਤੀ, ਹੋਰ ਸਟੇਟਸ 'ਚ ਅਲਾਉਡ ਹੈ, ਪੰਜਾਬ 'ਚ ਕਿਉਂ ਪ੍ਰਾਈਵੇਟ ਬੱਸਾਂ ਦਾ ਸਿਸਟਮ ਅਲਾਉਡ ਹੈ ਤੇ ਸਰਕਾਰੀ ਬੱਸਾਂ ਨਹੀਂ ਜਾਣਗੀਆਂ। ਇਹ ਕਿਹਨੂੰ ਹੈਲਪ ਮਿਲ ਰਿਹਾ ਸੀ, ਕਿਹਨੂੰ ਜਾ ਰਿਹਾ ਸੀ, ਸਾਰਿਆਂ ਨੂੰ ਕਲੀਅਰ ਹੈ, ਪੂਰੇ ਪੰਜਾਬ ਨੂੰ ਕਲੀਅਰ ਹੈ ਕਿਹਨੂੰ ਬੈਨੀਫਿਟ ਦਿੱਤਾ ਜਾ ਰਿਹਾ ਸੀ। ਅੱਜ ਬੈਨੀਫਿਟ ਜਿਹੜਾ ਹੈਗਾ ਉਹ ਸਰਕਾਰ ਨੂੰ ਮਿਲਣਾ ਸ਼ੁਰੂ ਹੋਇਆ, ਲੋਕਾਂ ਨੂੰ ਪੰਜਾਬ ਦੇ ਮਿਲਣਾ ਸ਼ੁਰੂ ਹੋਇਆ, ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਕਿਉਂਕਿ ਇਹ ਲੋਕ ਐਂਟੀ ਗਵਰਨਮੈਂਟ ਜੀ ਕੁਝ ਕਹਿਣਾ ਚਾਹ ਰਹੇ ਨੇ। ਤੇ ਅਮਿਤ ਬਾਵਾ ਜੀ ਵੀ ਸਾਡੇ ਨਾਲ ਜੁੜ ਰਹੇ ਨੇ। ਅਮਿਤ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ, ਤੁਸੀਂ ਨਾਲ ਰਹਿਣਾ, ਤੁਹਾਡੇ ਕੋਲ ਮੈਂ ਆਉਣਾ, ਪਰ ਉਸ ਤੋਂ ਪਹਿਲਾਂ ਹਰਜੀਤ ਭੁੱਲਰ ਜੀ ਕੁਝ ਕਹਿਣਾ ਚਾਹ ਰਹੇ। ਗੌਰਵ ਜੀ ਗੱਲ ਇਸ ਤਰ੍ਹਾਂ ਹੈ ਕਿ ਵਾਲੀਆ ਸਾਹਿਬ ਗੱਲ 'ਚ ਢੋਲ ਪਾ ਕੇ ਇੱਕ ਵਜਾਈ ਜਾਂਦੇ ਨੇ ਕਿ ਮਾਫੀਆ ਮਾਫੀਆ ਮਾਫੀਆ, ਇੰਕਲੂਡਿੰਗ ਕੇਜਰੀਵਾਲ, ਭਗਵੰਤ ਮਾਨ ਤੇ ਖੈਰ ਅੱਜ ਕੱਲ੍ਹ ਚੁੱਪ ਹੀ ਨੇ, ਉਹ ਤੇ ਕਿਸੇ ਗੱਲ ਤੇ ਬੋਲਦੇ ਹੀ ਨਹੀਂ, ਨਾ ਕੋਈ ਟਵੀਟ ਕਰਦੇ ਨੇ, ਨਾ ਕਿਸੇ ਗੱਲ ਤੇ ਦਖਲਅੰਦਾਜ਼ੀ ਕਰਦੇ ਨੇ। ਕੇਜਰੀਵਾਲ ਸਾਹਿਬ ਤੇ ਉਹਨਾਂ ਦੇ ਪ੍ਰਵਕਤਾ ਅੱਗੇ ਬੋਲਦੇ ਆ ਮਾਫੀਆ ਮਾਫੀਆ ਮਾਫੀਆ। 3 ਮਹੀਨਿਆਂ 'ਚ ਕਿਹੜਾ ਟਰਾਂਸਪੋਰਟ ਮਾਫੀਆ ਇਹਨਾਂ ਨੇ ਫੜਿਆ, ਕਿਹੜੀਆਂ ਬੱਸਾਂ ਇਹਨਾਂ ਨੇ ਫੜੀਆਂ ਨੇ, ਕਿਹਨਾਂ ਦੇ ਤੁਸੀਂ ਪਰਮਿਟ ਰੱਦ ਕੀਤੇ ਨੇ? ਕੋਈ 1-2 ਪਰਮਿਟ, ਕੋਈ 1-2 ਬੱਸਾਂ ਦੱਸੋ ਤਾਂ ਸਹੀ ਵੀ ਕਿਹੜੇ ਮਾਫੀਆ ਨੂੰ ਤੁਸੀਂ ਫੜਿਆ। ਔਰ ਸਭ ਤੋਂ ਵੱਡਾ ਮਾਫੀਆ ਇਸ ਡੇਟ ਦੇ ਵਿੱਚ ਅਗਰ ਹਿੰਦੁਸਤਾਨ 'ਚ ਕੋਈ ਚਲਾ ਰਿਹਾ ਜਾਂ ਦਿੱਲੀ 'ਚ ਕੋਈ ਚਲਾ ਰਿਹਾ ਤਾਂ ਕੇਜਰੀਵਾਲ ਚਲਾ ਰਿਹਾ। ਕੇਜਰੀਵਾਲ ਨੇ ਉੱਥੇ ਬੱਸਾਂ ਬੰਦ ਕੀਤੀਆਂ ਕਿਉਂਕਿ ਜਿਹੜਾ ਪ੍ਰਾਈਵੇਟ ਸੈਕਟਰ ਦੀਆਂ ਬੱਸਾਂ ਸੀਗੀਆਂ, ਅੱਜ ਇੰਡੋ ਕੈਨੇਡੀਅਨ ਨਹੀਂ ਬੱਸਾਂ ਚੱਲ ਰਹੀਆਂ ਸੀ ਇਕੱਲੀਆਂ ਉੱਥੇ, ਜਿਹੜੀਆਂ ਦਿੱਲੀ ਦਾ ਮਾਫੀਆ ਚੱਲ ਰਿਹਾ ਸੀਗਾ, ਜਿਹੜਾ ਪੰਜਾਬ ਤੋਂ ਅੱਧੀ ਰਾਤ ਨੂੰ ਬੱਸਾਂ ਚਲਾਉਂਦਾ ਬਗੈਰ ਟੈਕਸ ਤੇ, ਉਹਨਾਂ ਨੂੰ ਇਹ ਫੀਡ ਕਰਦੇ ਸੀਗੇ, ਉਹਨਾਂ ਕੋਲ ਇਹ ਪੈਸਾ ਕਰਾਉਂਦੇ ਸੀਗੇ। ਗੱਲ ਤੇ ਇਹ ਸੀਗੀ, ਤਾਂ ਕਰਕੇ ਪੰਜਾਬ ਦੀਆਂ ਬੱਸਾਂ ਬੰਦ ਕੀਤੀਆਂ ਗਈਆਂ ਸੀਗੀਆਂ, ਹੋਰ ਉਹ 'ਚ ਕੋਈ ਕਾਰਨ ਨਹੀਂ ਸੀਗਾ।
ਅੱਜ ਇਹਨਾਂ ਨੇ ਪੰਜਾਬ ਦੀਆਂ ਬੱਸਾਂ ਚਲਾਤੀਆਂ ਕਿਉਂਕਿ ਸੰਗਰੂਰ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਔਰ ਉਹਦਾ ਲਾਹਾ ਲੈਣ ਵਾਸਤੇ ਕਿ ਦੇਖੋ ਜੀ ਅਸੀਂ ਬੱਸਾਂ ਚਲਾਤੀਆਂ ਵਾਹਵਾਹੀ ਖੱਟਣ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ। ਅਗਰ ਵਾਲੀਆ ਸਾਹਿਬ ਇੰਨੇ ਇਮਾਨਦਾਰੀ ਨਾਲ ਗੱਲਾਂ ਕਰਦੇ ਨੇ ਕਿ ਬੜੀ ਵੱਡੀ ਇਮਾਨਦਾਰ ਸਰਕਾਰ ਹੈ ਔਰ ਕੇਜਰੀਵਾਲ ਸਾਹਿਬ ਦਾਅਵੇ ਕਰਦੇ ਨੇ 3 ਮਹੀਨਿਆਂ 10,000 ਕਰੋੜ ਰੁਪਈਆ ਟਕਾਰ ਗਏ ਨੇ, ਕਿਤੇ ਕਟਰਿੰਗ ਲਾਈ, ਕਿਤੇ ਕੋਈ ਸਕੂਲ ਨਹੀਂ ਬਣਾਇਆ, ਕੋਈ ਹਸਪੀਟਲ ਨਹੀਂ ਬਣਾਇਆ, ਕੋਈ ਨਵੀਂ ਬੱਸ ਨਹੀਂ ਪਾਈ ਇਹਨਾਂ ਨੇ, ਕੋਈ ਇਹਨਾਂ ਨੇ ਨਵਾਂ ਅਦਾਰਾ ਨਹੀਂ ਖੋਲ੍ਹਿਆ ਹੈਗਾ। ਨਹੀਂ ਚਲੋ ਮੈਂ ਤੁਹਾਡੇ ਪੁਆਇੰਟ ਦੇ ਉੱਤੇ ਆਵਾਂਗਾ। ਦੇਖੋ ਇੱਕ ਚੀਜ਼ ਤਾਂ ਕਲੀਅਰ ਹੋ ਰਹੀ ਹੈ ਸਾਰਿਆਂ ਦੀ ਸਟੇਟਮੈਂਟਸ ਤੋਂ ਭੁੱਲਰ ਸਾਹਿਬ ਇੱਕ ਚੀਜ਼ ਤਾਂ ਕਲੀਅਰ ਹੋ ਰਹੀ ਹੈ ਕਿ ਮਾਫੀਆ ਤਾਂ ਕੰਮ ਕਰ ਰਿਹਾ ਹੈ, ਮਾਫੀਆ ਹੁਣ ਤੱਕ ਕੰਮ ਕਰ ਰਿਹਾ ਸੀ, ਹੁਣ ਇਸ ਦੇ ਨਾਲ ਖਤਮ ਹੋ ਗਿਆ ਜਾਂ ਹੋ ਜਾਏਗਾ, ਇੱਕ ਵੱਡਾ ਸਵਾਲ ਹੈ ਕਿ ਵਾਕਈ ਜੇ 4 ਸਟੇਸ਼ਨ 5 ਥਾਵਾਂ ਤੋਂ 에ਅਰਪੋਰਟ ਨੂੰ ਸਿੱਧੀਆਂ ਬੱਸਾਂ ਜਾਣ ਲੱਗ ਗਈਆਂ ਤਾਂ ਹੁਣ ਮਾਫੀਆ ਖਤਮ ਹੋ ਜਾਏਗਾ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਜਿਹੜੀ ਪੰਜਾਬ ਰੋਡਵੇਜ਼ ਦੀ ਬੱਸ ਹੈ ਉਹਦੇ ਟਾਈਮਿੰਗ ਤੁਸੀਂ ਨੋਟ ਕਰਿਓ ਜੀ। ਗੌਰਵ ਜੀ ਇੱਕ ਮਿੰਟ ਮੈਂ ਕੰਪਲੀਟ ਕਰ ਦਿੰਦਾ ਮੈਨੂੰ ਗੱਲ। ਜਿਹੜੀ ਇਹਨਾਂ ਨੇ ਬੱਸਾਂ ਚਲਾਈਆਂ ਨੇ ਉਹਦੇ ਟਾਈਮਿੰਗ ਨੋਟ ਕਰਿਓ ਵੀ ਚੰਡੀਗੜ੍ਹ ਤੋਂ ਦਿੱਲੀ 에ਅਰਪੋਰਟ ਤੱਕ ਕਿੰਨੇ ਘੰਟੇ 'ਚ ਬੱਸ ਪਹੁੰਚ ਰਹੀ ਹੈ। ਅਰਾਊਂਡ 7 ਤੋਂ 8 ਘੰਟਿਆਂ 'ਚ ਬੱਸ ਪਹੁੰਚ ਰਹੀ ਹੈ ਔਰ ਇਹਨਾਂ ਨੇ ਜਿਹੜੀਆਂ ਪ੍ਰਾਈਵੇਟ ਬੱਸਾਂ ਨਾਲ ਸਮਝੌਤੇ ਕੀਤੇ ਹੋਏ ਨੇ ਉਹ 4 ਘੰਟਿਆਂ 'ਚ ਪਹੁੰਚ ਜਾਂਦੀ ਹੈ। 에ਅਰਪੋਰਟ ਤੱਕ ਤਾਂ 4 ਘੰਟੇ 'ਚ ਪਹੁੰਚਣਾ ਸਰ ਮੁਸ਼ਕਿਲ ਲੱਗਦਾ ਮੈਨੂੰ। ਦਿੱਲੀ ਪਹੁੰਚ ਜਾਂਦੀ ਹੋਏਗੀ 3-3.5 ਘੰਟੇ 5 ਘੰਟੇ ਲਾ ਲਓ ਤੁਸੀਂ, ਲੇਕਿਨ 8 ਘੰਟੇ ਜਾਂ 9 ਘੰਟੇ ਬਹੁਤ ਵੱਡਾ ਟਾਈਮ ਹੈ। ਠੀਕ ਹੈ। ਆਲੂਵਾਲੀਆ ਇਕੱਠਾ ਜਵਾਬ ਦਿਓ ਜੈਬਾਨ ਜੀ, ਥੋੜਾ ਇੰਤਜ਼ਾਰ ਕਰਿਓ, ਅਮਿਤ ਜੀ ਨੂੰ ਆਪਾਂ ਇੱਕ ਵਾਰੀ ਐਡ ਕਰ ਲਈਏ। ਨਹੀਂ ਇੱਕ ਪੁਆਇੰਟ, ਸਿਰਫ ਇੱਕ ਪੁਆਇੰਟ ਛੋਟਾ ਜਿਹਾ ਗੌਰਵ ਜੀ, ਜਿਹੜੇ ਕਹਿ ਰਹੇ ਨੇ ਕਿ ਪਨਬਸ ਦੀਆਂ ਬੱਸਾਂ ਬਹੁਤ ਖਰਾਬ ਸੀਗੀਆਂ, ਐਸੀ ਕੋਈ ਗੱਲ ਨਹੀਂ ਹੈ। ਪਨਬਸ ਦੀਆਂ ਵੀ ਵੋਲਵੋ ਤੇ ਮਰਸੀਡੀਜ਼ ਦੀਆਂ ਬੱਸਾਂ ਸੀਗੀਆਂ, ਬਹੁਤ ਸੋਹਣੀਆਂ ਬੱਸਾਂ ਸੀਗੀਆਂ ਤੇ ਮੈਂ ਉਹਨਾਂ ਦੇ ਵਿੱਚ ਟਰੈਵਲ ਕੀਤਾ ਹੋਇਆ ਹੈ। ਇਹ ਆਲੂਵਾਲੀਆ ਜੀ ਜੋ ਕਹਿ ਰਹੇ ਨੇ ਗਲਤ ਹੈ। ਅੱਛਾ, ਦੂਸਰਾ ਮੈਂ ਤੁਹਾਨੂੰ ਦੱਸਦਾ, ਇਹਨਾਂ ਦੀ ਜਿਹੜੀ ਇਸ ਵੇਲੇ ਗਵਰਨਮੈਂਟ ਬੱਸਿਸ ਦੀ ਹਾਲਤ ਹੈ, ਕੁਝ ਦਿਨ ਪਹਿਲੇ ਮੈਨੂੰ ਮੌਕਾ ਮਿਲ ਗਿਆ, ਮੈਂ ਕਿਹਾ ਚਲੋ ਇੱਕ ਬੱਸ 'ਚ ਬਹਿ ਕੇ ਦੇਖ ਲਈਏ, ਬੜੀ ਦੇਰ ਹੋ ਗਈ ਹੈ। ਏਡੀ ਗੰਦੀ ਬੱਸ, ਏਡੀ ਪੋਲਿਊਸ਼ਨ ਵਾਲੀ, ਏਡੀ ਪੁਰਾਣੀ ਬੱਸ, ਓਵਰਲੋਡਡ, ਮਤਲਬ ਏਡਾ ਬੁਰਾ ਹਾਲ ਸੀਗਾ ਉਸ ਬੱਸ ਦਾ। ਇਹਨਾਂ ਦੇ ਮਤਲਬ ਪੰਜਾਬ ਟਰਾਂਸਪੋਰਟ ਸਿਸਟਮ ਦੀਆਂ ਬੱਸਿਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਮੇਜਰ ਓਵਰਹਾਲ ਦੀ ਜ਼ਰੂਰਤ ਹੈ, ਉਹਦੇ ਪਾਸੇ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ।